ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਘੇਰਦੇ ਸੀਐਮ ਭਗਵੰਤ ਮਾਨ ਖੁਦ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਜਿਸ ਮੁੱਦੇ ਦੇ ਉੱਪਰ ਕੈਪਟਨ ਦੇ ਦੁਆਲੇ ਉਹਨਾਂ ਦੇ ਪਰਿਵਾਰ ਦੇ ਦੁਆਲੇ ਸਕੰਜਾ ਕੱਸਣ ਲੱਗੇ ਸੀ ਸੀਐਮ ਭਗਵੰਤ ਮਾਨ, ਹੁਣ ਉਸ ਸਕੰਜੇ 'ਚ ਖੁਦ ਫਸਦੇ ਹੋਏ ਨਜ਼ਰ ਆ ਰਹੇ ਨੇ। ਸੋ ਨਵਾਂ ਮੋੜ ਇੱਕ ਸਾਹਮਣੇ ਆਇਆ। ਮੋੜ ਕੀ ਹੈ, ਜਿਸ ਤੋਂ ਬਾਅਦ ਹੁਣ ਭਗਵੰਤ ਮਾਨ ਸਰਕਾਰ ਦੀ ਕਿਰਕਿਰੀ ਹੋਣੀ ਸ਼ੁਰੂ ਹੋਈ ਹੈ। ਗੱਲਬਾਤ ਉਸ ਦੇ ਉੱਪਰ ਕਰਾਂਗੇ, ਨਾਲ ਹੀ ਨਾਲ ਗੱਲਬਾਤ ਕਰਾਂਗੇ ਮਾਨ ਸਰਕਾਰ ਦੇ ਉਸ ਫੈਸਲੇ ਦੀ, ਜਿਸ ਫੈਸਲੇ ਦੇ ਵਿੱਚੋਂ ਕਹਿ ਰਹੇ ਸੀ ਵੀ ਅਸੀਂ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਹੋਣ ਦੇਣੀ, ਜੋ ਦੁਰਵਰਤੋਂ ਕਰੇਗਾ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ। ਲੇਕਿਨ ਹੁਣ ਇਸ ਸਰਕਾਰੀ ਪੈਸੇ ਦੀ ਦੁਰਵਰਤੋਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਮਾਨ ਸਰਕਾਰ ਨੂੰ ਹੀ ਘੇਰ ਲਿਆ। ਸੋ ਉਹਨਾਂ ਨੇ ਇੱਕ ਆਡਿਟ ਦੀ ਗੱਲ ਕੀਤੀ ਹੈ, ਜਿਸ ਦੇ ਵਿੱਚ ਕਰੋੜਾਂ ਰੁਪਏ ਖਰਚ ਕੀਤਾ ਗਿਆ ਸੀ। ਆਡਿਟ ਕੀ ਹੈ, ਖਰਚਾ ਕਿੱਥੇ ਕੀਤਾ ਗਿਆ ਸੀ ਤੇ ਕਿਸ ਤਰ੍ਹਾਂ ਦੀ ਆਡਿਟ ਦੀ ਮੰਗ ਹੁਣ ਕਾਂਗਰਸ ਦੇ ਵੱਲੋਂ ਕੀਤੀ ਹੈ, ਜਿਸ ਤੋਂ ਬਾਅਦ ਮਾਨ ਸਰਕਾਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਗਠਬੰਧਨ ਦੀ, ਗੱਠਜੋੜ ਦੀ, ਜਿਹੜਾ ਗੱਠਜੋੜ ਭਾਜਪਾ ਅਤੇ ਅਕਾਲੀ ਦਲ ਦੇ ਵਿੱਚ ਹੋਣ ਦੀਆਂ ਚਰਚਾਵਾਂ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਨੇ, ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਨੇ। ਹੁਣ ਇਹ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ, ਇਸ ਉੱਪਰ ਅਜੇ ਤੱਕ ਭਾਜਪਾ ਤੇ ਅਕਾਲੀ ਦਲ ਵੱਲੋਂ ਪੂਰਨ ਤੌਰ ਤੇ ਆਪਣੇ ਪੱਤੇ ਨਹੀਂ ਖੋਲ੍ਹੇ ਗਏ। ਲੇਕਿਨ ਇਸ ਮਾਮਲੇ ਦੇ ਵਿੱਚ ਕਾਂਗਰਸ ਦੀ ਰਾਏ ਕੀ ਹੈ, ਹੁਣ ਉਹਨਾਂ ਨੇ ਸਪਸ਼ਟ ਕੀਤਾ ਇਸ ਗੱਠਜੋੜ ਨੂੰ ਲੈ ਕੇ। ਆਖਰ ਕਾਂਗਰਸ ਨੇ ਕਿਹਾ ਕਿ ਇਸ ਗੱਠਜੋੜ ਨੂੰ ਲੈ ਕੇ ਕਿ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ, ਇਸ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਲੁਕਮਾ ਸੱਚ। ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਲਖਵਿੰਦਰ ਜੀ, ਸਤਿ ਸ੍ਰੀ ਅਕਾਲ। ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਜਦੋਂ ਤੋਂ ਮਾਨ ਸਰਕਾਰ ਬਣੀ ਹੈ, ਉਹਨਾਂ ਨੇ ਪੁਰਾਣੇ ਲੀਡਰ ਦੀ ਗੱਲ ਕਰੀਏ, ਪੁਰਾਣੇ ਮੰਤਰੀਆਂ ਦੀ, ਸਾਬਕਾ ਮੰਤਰੀਆਂ ਦੀ, ਜਾਂ ਫਿਰ ਸਾਬਕਾ ਮੁੱਖ ਮੰਤਰੀ ਦੀ ਗੱਲ ਕਰੀਏ, ਰਡਾਰ ਤੇ ਉਹ ਰੱਖੇ ਹੋਏ ਨੇਗੇ। ਜਿੱਥੇ ਸੀਐਮ ਚਰਨਜੀਤ ਸਿੰਘ ਚੰਨੀ, ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅੱਜ ਤੀਜੀ ਵਾਰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਨੇ, ਉੱਥੇ ਹੀ ਹੁਣ ਹੌਲੀ ਹੌਲੀ ਸਕੰਜਾ ਮਾਨ ਸਰਕਾਰ ਦੇ ਵੱਲੋਂ ਕੈਪਟਨ ਅਮਰਿੰਦਰ ਦੇ ਦੁਆਲੇ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਸੀ। ਕੱਲ੍ਹ ਵੱਡੇ ਖੁਲਾਸੇ ਕੀਤੇ ਗਏ ਸੀ, ਸੀਐਮ ਸਾਹਿਬ ਦੇ ਵੱਲੋਂ ਖੁਦ ਡਾਕੂਮੈਂਟ ਦਿਖਾਏ ਗਏ ਸੀ। ਵਕਫ ਬੋਰਡ ਦੀ ਜ਼ਮੀਨ ਦੇ ਉੱਪਰ ਨਜਾਇਜ਼ ਕਬਜ਼ਾ ਕਰਵਾਉਣ ਦੀ ਗੱਲ ਕਹਿੰਦੇ ਨਜ਼ਰ ਆਏ ਸੀ, ਤੇ ਨਾਲ ਹੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਨੂੰ, ਰਣਿੰਦਰ ਸਿੰਘ ਨੂੰ ਵੀ ਇਸ ਮਾਮਲੇ ਦੇ ਵਿੱਚ ਘਸੀਟਦੇ ਨਜ਼ਰ ਆਏ ਸੀ। ਲੇਕਿਨ ਦਿਨ ਬਦਲਿਆ ਤਾਂ ਸਮੀਕਰਨ ਵੀ ਬਦਲੇ। ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਪਹਿਲਾਂ ਕੈਪਟਨ ਤੇ ਕੈਪਟਨ ਦਾ ਪਰਿਵਾਰ ਫਸਦਾ ਹੋਇਆ ਨਜ਼ਰ ਆ ਰਿਹਾ ਸੀ, ਹੁਣ ਉੱਥੇ ਸੀਐਮ ਸਾਹਿਬ ਖੁਦ ਫਸਦੇ ਹੋਏ ਨਜ਼ਰ ਆ ਰਹੇ ਨੇ, ਮਾਨ ਸਰਕਾਰ ਖੁਦ ਫਸਦੀ ਹੋਈ ਨਜ਼ਰ ਆ ਰਹੀ ਹੈ। ਆਖਰ ਸਮੀਕਰਨ ਬਦਲੇ ਕਿਵੇਂ ਤੇ ਕਿਹੜੇ ਉਹ ਤੱਥ ਨੇ, ਕਿਹੜੇ ਉਹ ਖੁਲਾਸੇ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਨਵੇਂ ਹੋਏ ਨੇ? ਕਿਉਂਕਿ ਕਿਹਾ ਜਾ ਰਿਹਾ ਵੀ ਇਸ ਮਾਮਲੇ ਦੇ ਵਿੱਚ ਇਸ ਵਕਫ ਬੋਰਡ ਦੀ ਜ਼ਮੀਨ ਦੇ ਘੁਟਾਲੇ ਦੇ ਵਿੱਚ, ਘੁਟਾਲਾ ਤਾਂ ਸੌਰੀ ਆਪਾਂ ਨਹੀਂ ਕਹਿ ਸਕਦੇ, ਪਰ ਜਿਹੜਾ ਮਾਮਲਾ ਸੀ ਵਕਫ ਬੋਰਡ ਦਾ, ਉਸ ਦੇ ਵਿੱਚ ਟਵਿਸਟ ਆਇਆ। ਉਹ ਟਵਿਸਟ ਕੀ ਹੈ ਤੇ ਉਸ ਟਵਿਸਟ ਤੋਂ ਬਾਅਦ ਹੁਣ ਮਾਨ ਸਰਕਾਰ ਦੀ ਸਥਿਤੀ ਕੀ ਬਣਦੀ ਨਜ਼ਰ ਆ ਰਹੀ ਹੈ? ਲਖਵਿੰਦਰ ਜੀ ਦੇਖੋ, ਇਹ ਪਤਾ ਨਹੀਂ ਕਿਸਮਤ ਦੀ ਗੱਲ ਸਮਝੋ ਜਾਂ ਪ੍ਰਮਾਤਮਾ ਦੀ ਕੋਈ ਖੇਡ ਹੈ ਕਿ ਮਾਨ ਸਾਹਿਬ ਨਾ ਰੋਜ਼ ਮੇਰਾ ਖਿਆਲ ਹੈ ਸ਼ਾਮ ਨੂੰ ਇਹ ਸੋਚ ਕੇ ਪੈਂਦੇ ਨੇ ਵੀ ਕੱਲ ਨੂੰ ਆਪਾਂ ਖਬਰ ਕਿਹੜੀ ਚਲਾਉਣੀ ਹੈ, ਟਾਂਕਾ ਕਿਹਦਾ ਵਜਾਉਣਾ। ਪਹਿਲਾਂ ਪੂਲਾ ਮੰਗਾ ਲੈਂਦੇ ਨੇ, ਮੈਨੂੰ ਲੱਗਦਾ ਪੜ੍ਹਨੀਆਂ ਆਉਂਦੀਆਂ ਨਹੀਂ, ਵਾਰ-ਵਾਰ ਜਲੂਸ ਨਿਕਲ ਰਿਹਾ ਹੈ। ਪਹਿਲਾਂ ਚੰਨੀ ਵਾਲੇ ਦੇ ਵਿੱਚ ਨਿਕਲਿਆ, ਹੁਣ ਇਹ ਲੱਗ ਰਿਹਾ ਸੀ ਵੀ ਸ਼ਾਇਦ ਇਹਨਾਂ ਨੇ ਉਹ ਤੋਂ ਸਿੱਖ ਲਿਆ ਹੋਣਾ ਵੀ ਕੋਈ ਨਾ ਕੋਈ ਮਤਲਬ ਜ਼ਰੂਰ ਗਰਾਊਂਡ ਵਰਕ ਕੀਤਾ ਹੋਊਗਾ। ਪਹਿਲਾਂ ਤਾਂ ਰੰਧਾਵਾ ਸਾਹਿਬ ਨੇ ਜਲੂਸ ਕੱਢਿਆ 55 ਲੱਖ ਤੋਂ, ਉਹਨੇ ਕਿਹਾ ਵੀ 17 ਲੱਖ ਰੁਪਈਆ। ਫਿਰ ਇਹ ਹੋਇਆ ਕਿ ਪੇਮੈਂਟ ਹੋਈ ਨਹੀਂ ਹੈ ਅਜੇ, ਜਿਹੜੀ ਉਹਨਾਂ ਤੋਂ ਕਹਿੰਦੇ ਸੀ ਰਿਕਵਰੀ ਨੋਟਿਸ ਦੇਣਾ। ਜਿਹੜਾ ਨੋਟਿਸ ਦਿੱਤਾ ਤਾਂ ਉਹ ਨੋਟਿਸ ਦਾ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਫਾਈਲ ਦੀ ਨੋਟਿੰਗ ਹੈ, ਨੋਟਿਸ ਵਗੈਰਾ ਕੋਈ ਨਹੀਂ। ਫਿਰ ਜਦੋਂ ਇਹ ਤਾਂ ਨਹੀਂ ਚੱਲਿਆ ਤਾਂ ਇਹਨਾਂ ਨੇ ਕਿਹਾ ਮੇਰੇ ਕੋਲ ਬਹੁਤ ਮਸਾਲਾ ਹੈ। ਅਮਰਿੰਦਰ ਸਿੰਘ ਜੀ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਤਾਂ ਕਦੇ ਅੰਸਾਰੀ ਨੂੰ ਮਿਲਿਆ ਵੀ ਨਹੀਂ, ਮੈਂ ਉਹਦੀ ਸ਼ਕਲ ਵੀ ਨਹੀਂ ਦੇਖੀ, ਕਹਿੰਦੇ ਆਪਣੇ ਬੇਟੇ ਨੂੰ ਪੁੱਛ ਲਓ। ਅੱਛਾ, ਉਹਨਾਂ ਦੇ ਬੇਟੇ ਦਾ ਨਾਂ ਲੈ ਕੇ ਫਿਰ ਦੱਸਿਆ ਗਿਆ ਕਿ ਸਨਾਨਾ ਪਿੰਡ ਹੈਗਾ ਰੋਪੜ ਦੇ ਵਿੱਚ, ਵਕਫ ਬੋਰਡ ਦੀ ਜ਼ਮੀਨ ਅੰਸਾਰੀ ਦੇ ਭਤੀਜੇ ਨੂੰ ਤੇ ਉਹਦੇ ਬੇਟੇ ਨੂੰ ਦਿੱਤੀ ਗਈ ਹੈ। ਉਹ ਕਿਹਦੇ ਵੱਲੋਂ ਦਿੱਤੀ ਗਈ? ਉਹ ਤੁਸੀਂ ਤੁਹਾਡੀ ਸਰਕਾਰ ਦੇ ਦੌਰਾਨ ਉਹ ਦਿੱਤੀ ਗਈ, ਉਹ ਰਣਿੰਦਰ ਸਿੰਘ ਦੇ ਪ੍ਰੈਸ਼ਰ ਕਰਕੇ ਦਿੱਤੀ ਗਈ। ਅੱਛਾ, ਇਹ ਲੱਗਿਆ ਕਿ ਇਹਨਾਂ ਕੋਲ ਬਹੁਤ ਸਾਰਾ ਮਸਾਲਾ ਹੈ, ਉਹਨਾਂ ਦੇ ਪਰਿਵਾਰ ਨੂੰ ਇਹ ਜ਼ਰੂਰ ਫਸਾ ਲੈਣਗੇ। ਔਰ ਗਲਤ ਗੱਲਾਂ ਤਾਂ ਹੋਈਆਂ ਹੀ ਹੋਈਆਂ ਨੇ, ਇਹ 'ਚ ਕੋਈ ਐਸੀ ਗੱਲ ਨਹੀਂ ਹੈ ਕਿ ਇਹ ਗਲਤ ਨੇ, ਪਰ ਇਨਕੰਪੀਟੈਂਸ ਦਾ ਤੁਸੀਂ ਲੈਵਲ ਦੇਖੋ ਕੀ ਹੈ। ਕਹਿੰਦੇ ਉਹ ਜਿਹੜੇ ਫੋਨ 'ਚੋਂ ਕੱਢ ਕੇ ਦਿਖਾ ਰਹੇ ਸੀ ਕਿ ਡਾਕੂਮੈਂਟ ਵੀ ਆਹ ਦੇਖੋ ਜੀ, ਨਾਂ ਲਿਖੇ ਹੋਏ ਨੇ ਉਹਨਾਂ ਦੇ ਭਤੀਜੇ ਦੇ ਤੇ ਉਹਨਾਂ ਦੇ ਬੇਟੇ ਦੇ। ਮੀਡੀਆ ਨੇ ਵੀ ਬੜੀ ਚੱਕੀ ਉਹ ਜ਼ੋਰ ਸ਼ੋਰ ਦੇ ਨਾਲ, ਗੱਲ ਵੀ ਸਕੈਂਡਲਸ ਲੱਗਦੀ ਸੀਗੀ।
ਅੱਜ ਹੁਣ ਨਵਾਂ ਹੀ ਰੂਪ ਆ ਗਿਆ ਸਾਹਮਣੇ, ਕੋਈ ਉਹਨਾਂ ਦੇ ਬਲੀਏਵਾਲ ਜਿਹੜੇ ਉਹਨਾਂ ਦੇ ਸਪੋਕਸਪਰਸਨ ਨੇ ਉਹ ਕੱਢ ਲਿਆ ਨੇ ਡਾਕੂਮੈਂਟ ਕਿ ਇਹਨਾਂ ਨੇ ਫਰਵਰੀ ਦੇ ਵਿੱਚ ਤੇ ਜੁਲਾਈ ਦੇ ਵਿੱਚ ਦੁਬਾਰਾ ਉਹਨਾਂ ਹੀ ਬੰਦਿਆਂ ਨੂੰ ਉਸੇ ਜ਼ਮੀਨ ਦੀ ਲੀਜ਼, ਮਤਲਬ ਜਿਹੜੀ ਪੰਜਾਬ ਦੀ ਆਪਣੀ ਆਪ ਦੀ ਗਵਰਨਮੈਂਟ ਹੈ ਉਹਨੇ ਰੀਨਿਊ ਜੀ। ਅੱਛਾ, ਇਹ ਬੜੀ ਬਿਲਕੁਲ ਇਹ ਤਾਂ ਚਪੇੜ ਮਾਰਨ ਵਾਲੀ ਗੱਲ ਹੈ। ਕਿਉਂ? ਮਤਲਬ ਤੁਸੀਂ ਬਿਨਾਂ ਪੜ੍ਹੇ ਬਿਨਾਂ ਸੋਚੇ ਤੇ ਤੁਸੀਂ ਹੁਣ ਦੱਸੋ, ਲੋਕ ਪੁੱਛਣਗੇ ਕੁਦਰਤੀ ਵੀ ਤੁਹਾਡਾ ਅੰਸਾਰੀ ਨਾਲ ਕੀ ਸੰਬੰਧ ਹੈ ਭਾਈ। ਅੱਛਾ, ਬਹੁਤ ਸਾਰੇ ਪੱਤਰਕਾਰ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਨੇ ਉਹਨਾਂ ਨੇ ਇਹ ਗੱਲ ਲਿਖੀ ਸੀਗੀ ਕਿ ਉੱਪਰੋਂ ਵਿਸ਼ਵਾਸ ਕਰੀ ਜਾਂਦੇ ਨੇ, ਅੰਦਰੋਂ ਉਹੀ ਮਾਫੀਆ ਉਵੇਂ ਹੀ ਚੱਲ ਰਿਹਾ ਹੈ। ਅੱਛਾ, ਇਹ ਬੜਾ ਮਤਲਬ ਅਜੀਬ ਲੱਗਦੀ ਹੈ ਕਿ ਤੁਸੀਂ ਕੁਝ ਕੁ ਬੰਦਿਆਂ ਦੇ ਨਾਂ ਲੈ ਲੈ ਕੇ ਤੁਸੀਂ ਡੰਕਾ ਵਜਾ ਦਿੰਦੇ ਹੋ, ਪਰ ਤੁਹਾਡੇ ਪਿੜ ਪੱਲੇ ਕੁਝ ਵੀ ਨਹੀਂ ਹੈ। ਨਾ ਤਾਂ ਤੁਸੀਂ ਉਹਨਾਂ ਅਫਸਰਾਂ ਦੇ ਉੱਪਰ ਜਿਹੜੇ ਉਸ ਟਾਈਮ ਸ਼ਾਮਲ ਸੀ, ਜਿੰਨੀ ਟੋਟਲ ਪ੍ਰਕਿਰਿਆ ਜਿਨ੍ਹਾਂ ਦੀ ਹੋਈ ਪੀਐਨ ਤੋਂ ਲੈ ਕੇ ਸਿਰੇ ਤੱਕ, ਜਾਂ ਤਾਂ ਸਾਰਿਆਂ ਨੂੰ ਟੰਗੋ, ਉਹਨਾਂ ਨੂੰ ਤਾਂ ਬਚਾਉਂਦੇ ਨੇ। ਅੱਛਾ, ਉਹੀ ਅਫਸਰ ਮੇਰਾ ਖਿਆਲ ਇਹਦਾ ਜਲੂਸ ਕਢਾਈ ਜਾਂਦੇ ਨੇ, ਉਹਦੀ ਇਨਫੋਰਮੇਸ਼ਨ ਦੇ ਦਿੰਦੇ ਨੇ, ਇਹ ਆਪਣਾ ਡੰਕਾ ਵਜਾਉਂਦੇ ਨੇ ਟਵੀਟ ਕਰਕੇ, ਪਰ ਦੂਜੇ ਕੁ ਦਿਨ ਜਲੂਸ ਨਿਕਲ ਜਾਂਦਾ। ਮੇਰਾ ਖਿਆਲ ਨਹੀਂ ਕਿ ਕਿਸੇ ਵੀ ਸੀਐਮ ਦੀ ਇਸ ਤਰੀਕੇ ਦੇ ਨਾਲ ਉਹਨੇ ਭੰਡੀ ਪ੍ਰਚਾਰ ਸ਼ੁਰੂ ਕੀਤਾ ਹੋਵੇ, ਪਰ ਇਸ ਤਰੀਕੇ ਦੇ ਨਾਲ ਉਹਦਾ ਆਪਣਾ ਜਲੂਸ ਨਿਕਲਿਆ ਹੋਵੇ। ਮਤਲਬ ਹੁਣ ਮੈਨੂੰ ਸਮਝ ਨਹੀਂ ਆਉਂਦੀ ਉਹਦਾ ਕੀ ਜਵਾਬ ਦੇਣਗੇ। ਉਹ ਕੱਢ ਲਿਆਉਣਗੇ ਕੋਈ ਉਸ ਤਰ੍ਹਾਂ ਦੀ ਗੱਲ, ਜਾਂ ਫਿਰ ਇਹ ਵੀ 70 ਸਾਲ ਕੀ ਹੁੰਦਾ ਰਿਹਾ, ਜਿਹੜਾ ਆਮ ਤੌਰ ਤੇ ਇਹਨਾਂ ਦੇ ਸਪੋਕਸਪਰਸਨ ਨੇ ਉਹਨਾਂ ਨੂੰ ਜਦੋਂ ਸਵਾਲ ਕਰੋ ਤਾਂ ਇਸ ਤਰ੍ਹਾਂ ਦਾ ਹੀ ਸਵਾਲ ਦਾ ਜਵਾਬ ਦਿੰਦੇ ਨੇ, ਕਿਉਂਕਿ ਪੁੱਛਿਆ ਕੁਛ ਜਾਂਦਾ ਹੁੰਦਾ, ਦੱਸਦੇ ਕੁਛ। ਉਹ ਬੜੀ ਬਦਕਿਸਮਤੀ ਦੀ ਗੱਲ ਹੈ ਸਾਡੀ ਸਟੇਟ ਦੀ ਕਿ ਸਾਨੂੰ ਲੁੱਟਿਆ ਗਿਆ, ਸਾਨੂੰ ਠੱਗਿਆ ਗਿਆ ਬਕਾਇਦਾ। ਪਰ ਲੋਕਾਂ ਨੇ ਇਹਨਾਂ ਦੀ ਗੱਲ, ਇਹਨਾਂ ਨੇ ਕਿਹਾ ਵੀ ਤੁਹਾਨੂੰ ਠੱਗ ਲਿਆ, ਲੁੱਟ ਲਿਆ, ਅਸੀਂ ਇਹ ਲੁੱਟ ਦੂਰ ਕਰਾਂਗੇ। ਲੋਕਾਂ ਨੇ ਭਰੋਸਾ ਕਰਕੇ ਸਰਕਾਰ ਬਣਾ ਦਿੱਤੀ, ਔਰ ਉਹ ਸਰਕਾਰ ਹੈ ਜਿਹੜੀ ਕੱਖ ਨਹੀਂ ਕਰ ਪਾ ਰਹੀ, ਨਾ ਉਹ ਰੇਤੇ ਦੇ ਮਾਮਲੇ 'ਚ, ਨਾ ਉਹ ਟਰਾਂਸਪੋਰਟ ਦੇ ਮਾਮਲੇ 'ਚ, ਨਾ ਕੇਬਲ ਮਾਫੀਆ ਦੇ ਮਾਮਲੇ 'ਚ। ਕੋਈ ਮਾਫੀਆ ਲੈ ਲਓ, ਨਾ ਲਿਕਰ ਮਾਫੀਆ ਦੇ ਮਾਮਲੇ 'ਚ। ਮਤਲਬ ਗੱਲਾਂ ਦਾ ਕੜਾਹ ਕਰੀ ਜਾਂਦੇ ਨੇ, ਰੋਜ਼ ਨਵਾਂ ਬਿਆਨ ਆ ਜਾਂਦਾ ਹੈ, ਔਰ ਉਹ ਬਿਆਨ ਮੇਰਾ ਖਿਆਲ 20 ਘੰਟੇ ਚੱਲਦਾ ਹੈ। ਉਸ ਤਰੀਕੇ ਦੇ ਨਾਲ ਜਿਹੜੇ ਚੈਨਲਸ ਨੂੰ ਮਤਲਬ ਕਹਿ ਲਓ ਇਕੱਠਿਆ ਹੋਇਆ ਉਹ ਡੰਕਾ ਪਹੁੰਚਾਉਂਦੇ ਰਹਿੰਦੇ ਨੇ, ਦੂਜੇ ਵਿਚਾਰੇ ਦੇਖਦੇ ਰਹਿੰਦੇ ਨੇ ਵੀ ਸਾਡੇ ਹਿੱਸੇ ਕੋ ਮਾੜੀ ਮੋਟੀਆਂ ਕ੍ਰਾਈਮਸ ਆ ਜਾਣਗੀਆਂ। ਪਰ ਬਹੁਤ ਹੀ ਦਸ਼ਾ ਮਾੜੀ ਹੈ। ਮਤਲਬ ਸਾਰਾ ਕੁਝ ਹੋਣ ਦੇ ਬਾਵਜੂਦ, ਸਾਰੀਆਂ ਗਲਤ ਚੀਜ਼ਾਂ ਹੋਈਆਂ ਹੋਣ ਦੇ ਬਾਵਜੂਦ, ਤੇ ਜਿਹੜਾ ਕਹਿੰਦੇ ਵੀ ਅਸੀਂ ਸਕੰਜੇ 'ਚ ਫਸਾ ਲਿਆ, ਸਕੰਜਾ ਪਤਾ ਨਹੀਂ ਕਿਹੜਾ ਰੱਸੀਆਂ ਦਾ ਬੁਣਦੇ ਨੇ, ਉਹ ਦਿਨ ਸਕੰਜਾ ਇਹਨਾਂ ਦੀ ਗਲ ਪੈ ਜਾਂਦਾ ਹੁਣ ਜੀ। ਕੋਈ ਬਹੁਤ ਹੀ ਮਤਲਬ ਹਾਸੋਹੀਣੀ ਵੀ ਹੈ ਤੇ ਦੁਖਾਂਤ ਵੀ ਹੈ ਗੱਲ। ਇਹ ਮਤਲਬ ਇਹ ਗਰਾਊਂਡ ਵਰਕ ਕਰਦੇ ਹੀ ਨਹੀਂ ਆਪਣਾ, ਕੋਈ ਅਫਸਰ ਇਹਨਾਂ ਕੋਲ ਕੰਪੀਟੈਂਟ ਨਹੀਂ ਐਸਾ ਕਿ ਜਿਹੜਾ ਫਾਈਲ ਪੜ੍ਹ ਕੇ ਦੱਸ ਦੇਵੇ ਕਿ ਜੀ ਆਪਾਂ ਆਹ ਗੱਲ ਕਹਾਂਗੇ ਤਾਂ ਇਹਦਾ ਇਹ ਜਵਾਬ ਆਊਗਾ, ਤੇ ਆਪਾਂ ਉਹਦਾ ਪਹਿਲਾਂ ਤਿਆਰ ਰੱਖੀਏ ਕੁਝ ਕਰਕੇ। ਪਹਿਲਾਂ 31 ਤਰੀਕ ਤੱਕ ਵੀ 3 ਦਿਨ ਦਿੱਤੇ ਨੇ, ਆਪਣੇ ਭਤੀਜਿਆਂ ਨੂੰ ਪੁੱਛ ਲਿਆ, ਆਪਣੇ ਚਾਚਿਆਂ ਨੂੰ ਪੁੱਛ ਲਿਆ, ਉਹ ਕੀ ਜਲੂਸ ਨਿਕਲਿਆ ਉਹਦੇ ਵਿੱਚ। ਹੁਣ ਆਰਟੀਆਈ ਦੇ ਵਿੱਚ ਇਹ ਹੋ ਗਿਆ ਹੈ ਕਿ ਉਹ ਲੜਕਾ ਜਿਹੜਾ ਪਲੇਅਰ ਸੀ ਉਹਦੀ ਕੋਈ ਸ਼ਿਕਾਇਤ ਮਤਲਬ ਵਿਜੀਲੈਂਸ ਕੋਲ ਗਈ ਵੀ ਨਹੀਂ। ਪਰ ਆਹ ਇਹਦੇ ਤੋਂ ਵੀ ਬੜੀ ਗੱਲ ਹੈ ਕਿ ਤੁਸੀਂ ਜ਼ਮੀਨ ਉਹਨਾਂ ਦੇ ਸਿਰ ਲਾ ਰਹੇ ਹੋ, ਔਰ ਉਹਨੇ ਦਿੱਤੀ ਹੈ, ਨੋ ਡਾਊਟ। ਵਕਫ ਬੋਰਡ ਦਾ ਚੇਅਰਮੈਨ ਵੀ ਗਲਤ ਬਣਾਇਆ, ਇਹ ਵੀ ਠੀਕ ਹੈ, ਪਰ ਤੁਸੀਂ ਫੜਨ ਦੇ ਕਾਬਿਲ ਨਹੀਂ ਹੋ। ਉਹੀ ਜ਼ਮੀਨ ਤੁਸੀਂ ਦੇ ਰਹੇ ਹੋਗੇ। ਮਤਲਬ ਕਮ ਸੇ ਕਮ ਜੇ ਤੁਹਾਡੇ ਕੋਲ ਰਿਕਾਰਡ ਹੈਗਾ, ਤੁਸੀਂ ਆਪਣਾ ਤਾਂ ਚੈੱਕ ਕਰ ਲਓ ਕਿ ਤੁਸੀਂ ਵੀ ਹੱਥ ਵੱਢ ਕੇ ਦਿੱਤੇ ਹੋਏ ਨੇ ਆਪਣੇ ਜੀ। ਬਹੁਤ ਹੀ ਮਤਲਬ ਡਾਕਟਰ ਸਾਹਿਬ, ਹੁਣ ਇਸ ਮਾਮਲੇ ਦੇ ਵਿੱਚ ਕਿਉਂਕਿ ਕੱਲ ਇਹ ਜਦੋਂ ਉਹਨਾਂ ਨੂੰ ਰਿਕਾਰਡ ਦਿਖਾਇਆ ਗਿਆ ਸੀਗਾ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਸ ਮਾਮਲੇ 'ਚ ਤੁਹਾਨੂੰ ਮੈਂ ਹੋਰ ਵੱਡੇ ਖੁਲਾਸੇ ਕਰਾਂਗਾ, ਹਜੇ ਮੈਂ ਇਸ ਮਾਮਲੇ ਦੇ ਵਿੱਚ ਕਹਿ ਰਹੇ ਤੇ। ਹੁਣ ਜਿਸ ਤਰੀਕੇ ਦੇ ਨਾਲ ਕੈਪਟਨ ਸਰਕਾਰ ਦੇ ਮਾਫ ਕਰਨਾ ਕੈਪਟਨ ਦੇ ਪਰਿਵਾਰ ਦੇ ਵੱਲੋਂ ਜਾਂ ਉਹਨਾਂ ਦੇ ਕਰੀਬੀਆਂ ਦੇ ਵੱਲੋਂ, ਕੈਪਟਨ ਦੀ ਟੀਮ ਦੇ ਵੱਲੋਂ ਇਹ ਰਿਕਾਰਡ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਆਪ ਹੀ ਲੀਜ਼ ਤੇ ਦੇਈ ਜਾ ਰਹੇ ਹੋ, ਸਰਕਾਰ ਇੱਕ ਵਾਰ ਫਿਰ ਤੋਂ ਬੈਕਫੁੱਟ ਤੇ ਗਈ ਇਸ ਮਾਮਲੇ ਤੇ। ਹੁਣ ਕੀ ਮਾਮਲਾ ਅੱਗੇ ਵਧੂਗਾ, ਜਾਂ ਫਿਰ ਉਹ ਜਿਸ ਤਰੀਕੇ ਨਾਲ ਤੁਸੀਂ ਜਿਹੜੇ ਮਾਮਲੇ ਦੀ ਗੱਲ ਕੀਤੀ ਹੈ, ਚੰਨੀ ਦੇ ਮਾਮਲੇ ਦੀ ਗੱਲ ਕੀਤੀ ਹੈ, 2 ਕਰੋੜ ਵਾਲੇ ਮਾਮਲੇ ਦੀ ਗੱਲ ਕੀਤੀ ਆ, ਉਹ ਉਸ ਮਾਮਲੇ ਦੇ ਵਿੱਚ ਕਾਰਵਾਈ ਜ਼ੀਰੋ ਹੈ। ਹੁਣ ਇਸ ਮਾਮਲੇ ਦੇ ਵਿੱਚ ਇਹ ਮਾਮਲਾ ਅੱਗੇ ਵਧੇਗਾ। ਜਿਹੜੇ ਖੁਲਾਸਿਆਂ ਦੀ ਗੱਲ ਮਾਨ ਸਾਹਿਬ ਕੱਲ੍ਹ ਕਰ ਰਹੇ ਸੀ ਵੀ ਇਸ ਵਕਫ ਬੋਰਡ ਦੀ ਜ਼ਮੀਨ ਦੇ ਵਿੱਚ ਵੱਡੇ ਖੁਲਾਸੇ ਹੋਰ ਕਰਾਂਗੇ, ਉਹ ਖੁਲਾਸੇ ਹੁਣ ਦੇਖਣ ਨੂੰ ਮਿਲਣਗੇ, ਜਾਂ ਫਿਰ ਇਹ ਮਾਮਲਾ ਵੀ ਠੰਡੇ ਬਸਤੇ 'ਚ ਪਾ ਦਿੱਤਾ ਜਾਊਗਾ? ਨਹੀਂ, ਕੋਈ ਹੋਰ ਫਾਈਲ ਕੱਢ ਲੈਣਗੇ, ਜਿਸ ਤਰ੍ਹਾਂ ਉਹ ਐਸਜੀਪੀਸੀ ਦੇ ਕੂੜੇ ਮਤਲਬ ਝੂਠ ਦਾ ਕੱਢ ਲਿਆਂਦਾ ਸੀ। ਮਤਲਬ ਖਬਰ ਚਾਹੀਦੀ ਹੈ ਨਾ, ਉਹ ਨਵੀਂ ਖਬਰ ਆ ਜੂਗੀ, ਆਪਾਂ ਇਹਨੂੰ ਭੁੱਲ ਜਾਵਾਂਗੇ ਜੀ। ਤੁਸੀਂ ਦੇਖੋ ਨਾ, ਇਹ ਮਾਮਲਾ ਠੰਡੇ ਵਾਸਤੇ ਚਾਹੀ ਹੁਣ ਫਿਰ ਇਸ ਤੋਂ ਬਾਅਦ ਹੁਣ ਇਹ ਖਤਮ ਹੈ, ਇਹਦੇ ਤੇ ਕੁਝ ਨਹੀਂ ਕਹਿਣਾ ਉਹਨਾਂ ਨੇ। ਇਹ ਤਾਂ ਉਹਨਾਂ ਨੇ ਅੱਜ ਬੰਦ ਹੋ ਗਿਆ, ਤਾਂ ਹੁਣ ਫਟਕ ਲੱਗ ਗਿਆ। ਹੁਣ ਕੱਲ ਨੂੰ ਕੋਈ ਨਵਾਂ ਕਿਸੇ ਹੋਰ ਮੰਤਰੀ ਦਾ ਕੱਢ ਕੇ ਕਿ ਉਹ ਦੇਖੋ ਜੀ ਉਹਨੇ ਐਂ ਕਰ ਲਿਆ ਸੀ, ਉਹਨੇ ਉਹ ਕਰ ਲਿਆ ਸੀ, ਸਾਡੇ ਕੋਲ ਫਾਈਲਾਂ ਪਈਆਂ ਨੇ, ਫਿਰ ਅਸੀਂ ਟਵੀਟ ਕਰ ਦਾਂਗੇ, ਬਸ ਇਹੀ ਕੁਝ ਚੱਲਣਾ, ਇਹੀ ਕੁਝ ਚੱਲਣਾ ਹੈ। ਕੋਈ ਕਿਸੇ ਕੰਡੇ ਨਹੀਂ ਚੀਜ਼ ਲੱਗਣੀ। ਦੇਖੋ, ਜੇਲ੍ਹਾਂ ਦੇ ਵਿੱਚ ਅੰਸਾਰੀ ਨੂੰ
ਮਦਦ ਕੀਤੀ ਗਈ, ਗਲਤ ਤਰੀਕੇ ਨਾਲ ਰੱਖਿਆ ਗਿਆ, ਗਲਤ FIR ਹੋਈ, ਕੋਈ ਚਲਾਨ ਪੇਸ਼ ਨਹੀਂ ਹੋਇਆ, ਇਹ ਰਿਕਾਰਡ ਹੈ, ਮਤਲਬ ਇਹ ਸਾਰੀ ਦੁਨੀਆ ਨੂੰ ਪਤਾ ਹੈ। ਪਰ ਜਿਸ ਤਰ੍ਹਾਂ ਦੀਆਂ ਉਹਨੂੰ ਫੈਸਿਲਿਟੀਜ਼ ਦਿੱਤੀਆਂ ਗਈਆਂ, ਉਹ ਤੋਂ ਵੱਧ ਫੈਸਿਲਿਟੀਜ਼ ਤਾਂ ਅਸੀਂ ਲਾਰੈਂਸ ਹੋਰਾਂ ਨੂੰ ਦੇ ਰਹੇ ਹਾਂ। ਉਹਨੇ ਘੱਟੋ ਘੱਟ ਵੀਡੀਓਜ਼ ਤਾਂ ਨਹੀਂ ਬਣਾਈਆਂ ਬੈਠ ਕੇ, ਸਾਡੇ ਤਾਂ ਹੁਣ ਵੀਡੀਓਜ਼ ਬਣ ਰਹੀਆਂ ਨੇ, ਉਹਦੇ ਤੇ FIR ਵੀ ਨਹੀਂ ਦਰਜ ਹੁੰਦੀ। ਸੋ ਕੰਮ ਦੇ ਮਾਮਲੇ 'ਚ, ਗਰਾਊਂਡ ਦੇ ਲੈਵਲ ਤੇ, ਵਰਕਿੰਗ ਦੇ ਮਾਮਲੇ 'ਚ ਕੋਈ ਗ੍ਰਿਪ ਨਹੀਂ ਹੈ ਇਹਨਾਂ ਦੀ, ਸਿਰਫ ਸ਼ੋਰ ਸ਼ਰਾਬਾ ਹੈ, ਭੰਡੀ ਪ੍ਰਚਾਰ ਹੈ। ਇੱਕ ਦਿਨ ਭੰਡੀ ਪ੍ਰਚਾਰ ਦੀ ਉਮਰ ਹੁੰਦੀ ਹੈ, ਇਹ ਖਬਰ ਹੁਣ ਮਰ ਗਈ ਹੈ, ਕੱਲ ਨੂੰ ਨਵੀਂ ਕਿਸੇ ਹੋਰ ਦੀ ਕੱਢ ਲਿਆਉਣਗੇ ਵੀ ਆਹ ਦੇਖੋ ਉਹਨੇ ਕੀ ਕਰਿਆ ਸੀ, ਉਹਨੇ ਆ ਵੇਚਤਾ ਸੀ, ਉਹਨੇ ਆ ਖਾ ਲਿਆ ਸੀ, ਅਸੀਂ ਨੰਗੇ ਕਰ ਦਾਂਗੇ। ਨੰਗੇ ਕਰਨ ਲੱਗੇ ਆਪ ਹੀ ਨੰਗੇ ਹੋ ਜਾਂਦੇ ਨੇ ਜੀ। ਪਰ ਸਰ ਆਪਾਂ ਹੁਣ ਸਭਾ ਮਾਫ ਕਰਨਾ, ਸਭਾ ਸਾਲ ਇਸ ਮਾਮਲੇ 'ਚ ਹੀ ਲੰਘ ਚੁੱਕਿਆ ਗਾ, ਰੋਪ ਪ੍ਰਤੀਰੋਪ, ਰਿਜ਼ਲਟ ਹੁਣ ਤੱਕ ਜ਼ੀਰੋ ਹੈਗਾ। ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਫਿਰ ਕਹਿ ਸਕਦੇ ਵੀ ਇਸ ਤਰੀਕੇ ਚੱਲਣਾ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅੱਜ ਇੱਕ ਮਾਮਲਾ ਛੱਡਿਆ ਦੂਜਾ ਫੜ ਲਿਆ, ਦੂਜਾ ਛੱਡਿਆ, ਵੀ ਕੋਈ ਮਾਮਲਾ ਤਣ ਪੱਤਰ ਨਹੀਂ ਲੱਗ ਰਿਹਾ ਕਿ ਲੋਕਾਂ ਨੇ ਜਿਨ੍ਹਾਂ ਉਮੀਦਾਂ ਦੇ ਨਾਲ ਸਰਕਾਰ ਨੂੰ ਸੱਤਾ 'ਤੇ ਲਿਆਂਦਾ ਸੀਗਾ, ਮਾਨ ਸਰਕਾਰ ਨੂੰ ਸੱਤਾ ਸੌਂਪੀ ਸੀ, ਇਹ 5 ਸਾਲ ਇਹੀ ਕਾਟੋ ਕਲੇਸ਼ 'ਚ ਨਿਕਲ ਜਾਣਗੇ। ਸਰਕਾਰ ਦੇ ਜੋ ਸਰਕਾਰ ਦੇ ਵੱਲੋਂ ਜੋ ਅਸਲ ਮੁੱਦੇ ਨੇ ਉਹਨਾਂ ਦੇ ਵੱਲ ਧਿਆਨ ਕਦੋਂ ਆਏਗਾ ਸਰਕਾਰ ਦਾ? ਫਿਰ ਬਸ ਇਹਨੂੰ ਐਂਟਰਟੇਨਮੈਂਟ ਚੈਨਲ ਸਮਝ ਕੇ ਚੱਲੀ ਜਾਓ ਭਾਈ, ਇਹ ਰੋਜ਼ ਨਵੀਂ ਐਂਟਰਟੇਨਮੈਂਟ ਹੋਇਆ ਕਰਨੀ ਹੈ, ਗਰਾਊਂਡ ਲੈਵਲ ਤੇ ਹੋਣਾ ਕੱਖ ਨਹੀਂ। ਜਿੱਥੇ ਵੀ ਹੱਥ ਪਾਉਂਦੇ ਨੇ ਉਹ ਪੁੱਠਾ ਹੀ ਪੈਂਦਾ ਜੀ। ਸੋ ਸਰ ਆਪਾਂ ਇੱਕ ਅਹਿਮ ਖਬਰ ਵੱਲ ਆਪਾਂ ਫੇਰ ਚੱਲੀਏ ਹੁਣ, ਕਿਉਂਕਿ ਮਾਨ ਸਰਕਾਰ ਦੀ ਪ੍ਰਾਇੋਰਟੀ ਰਹੀ ਹੈ ਵੀ ਸਰਕਾਰ ਦਾ ਪੈਸਾ, ਸਰਕਾਰੀ ਪੈਸਾ, ਲੋਕਾਂ ਦਾ ਖੂਨ ਪਸੀਨੇ ਦਾ ਪੈਸਾ ਜੋ ਟੈਕਸਾਂ ਦੇ ਰੂਪ ਵਿੱਚ ਸਰਕਾਰ ਕੋਲੇ ਪਹੁੰਚਦਾ, ਉਹਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਇਸ ਗੱਲ ਨੂੰ ਲੈ ਕੇ ਮਾਨ ਸਰਕਾਰ ਹਰ ਇੱਕ ਸਪੀਚ ਦੇ ਵਿੱਚ ਬੋਲਦੇ ਨੇ ਵੀ ਇਹ ਮੈਂ ਪੈਸਾ ਜਿਨ੍ਹਾਂ ਨੂੰ ਲੁੱਟਿਆ ਕੁੱਟਿਆ ਗਾ, ਮੈਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗਾ, ਪੈਸਾ ਜੇਲ੍ਹਾਂ ਸੁੱਟਾਂਗਾ ਉਹਨਾਂ ਨੂੰ, ਇਹ ਗੱਲ ਅਕਸਰ ਬੋਲਦੇ ਨੇ। ਲੇਕਿਨ ਪੈਸੇ ਦੀ ਦੁਰਵਰਤੋਂ, ਸਰਕਾਰੀ ਪੈਸੇ ਦੀ ਦੁਰਵਰਤੋਂ ਨੂੰ ਲੈ ਕੇ ਹੁਣ ਕਾਂਗਰਸ ਵੀ ਪੱਬਾਂ ਭਾਰ ਹੋਈ ਹੈ ਮਾਨ ਸਰਕਾਰ ਨੂੰ ਘੇਰਨ ਦੇ ਲਈ, ਕਿਉਂਕਿ ਉਹਨਾਂ ਦੇ ਵੱਲੋਂ ਵੀ LOP ਲੀਡਰ ਦੇ ਵੱਲੋਂ ਇੱਕ ਚਿੱਠੀ ਲਿਖ ਦਿੱਤੀ ਗਈ ਹੈ ਹੁਣ ਆਡਿਟ ਦੀ। ਆਡਿਟ ਇਹਨਾਂ ਦੇ ਜੋ ਇਹਨਾਂ ਰੋਡ ਸ਼ੋਅ ਕੀਤਾ ਸੀ 13 ਤਰੀਕ ਨੂੰ, ਪਿਛਲੇ ਮਹੀਨੇ 13 ਮਾਰਚ ਨੂੰ ਖਟਕਲ ਕਲਾਂ ਦੇ ਵਿੱਚ, ਸੋ ਉਸ ਦੇ ਖਰਚੇ ਦੇ ਲਈ ਹੁਣ ਕਹਿੰਦੇ ਸੀ ਨੋਟਿਸ ਪਾਉਣਾਗਾ ਤੇ ਉਹ ਦੱਸਣਾ ਵੀ ਉਹ ਖਰਚਾ ਕਿਹੜੇ ਆਧਾਰ ਤੇ ਹੋਇਆ। ਕਿਵੇਂ ਦੇਖ ਰਹੇ ਹੋ ਉਸ ਮਾਮਲੇ ਨੂੰ ਕਿ ਸਰਕਾਰ ਫਸਦੀ ਹੋਈ ਨਜ਼ਰ ਆ ਰਹੀ ਹੈ? ਕਿਉਂਕਿ ਮਾਮਲਾ ਤਕਰੀਬਨ 1 ਕਰੋੜ 13 ਲੱਖ ਰੁਪਏ ਦਾ ਬਣਦਾ ਗਾ, ਮਾਮਲਾ ਵੀ ਵੱਡਾ ਗਾ, ਤੇ ਨਾਲ ਇਲਜ਼ਾਮ ਇਹ ਵੀ ਲੱਗ ਰਹੇ ਨੇ ਵੀ ਉਸ ਟਾਈਮ ਤਾਂ ਸਰਕਾਰ ਬਣੀ ਨਹੀਂ, ਫਿਰ ਉਹ ਪੈਸੇ ਦੀ ਜੋ ਦਿੱਤੇ ਗਏ ਨੇ ਪੈਸੇ, ਜੋ ਖਰਚੇ ਗਏ ਨੇ ਪੈਸੇ, ਉਹ ਸਰਕਾਰੀ ਖਜ਼ਾਨੇ 'ਚੋਂ ਕਿਵੇਂ ਵਰਤੇ ਗਏ? ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ ਕਿ ਇਸ ਮਾਮਲੇ ਦੇ ਉੱਪਰ ਸਰਕਾਰ ਦੇ ਕੋਲ ਕੋਈ ਜਵਾਬ ਹੈ? ਭਗਵੰਤ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਸੈਟੀਸਫਾਈ ਕਰ ਪਾਏਗੀ ਲੋਕਾਂ ਨੂੰ ਜਾਂ ਫਿਰ ਵਿਰੋਧੀ ਪਾਰਟੀਆਂ ਨੂੰ? ਕਿਵੇਂ ਦੇਖ ਰਹੇ ਹੋ ਉਸ ਚਿੱਠੀ ਨੂੰ ਜਿਹੜੀ ਆਡਿਟ ਕਰਨ ਦੇ ਲਈ ਲਿਖੀ ਗਈ ਹੈ? ਲਖਵਿੰਦਰ ਜੀ ਦੇਖੋ, ਜਿਹੜਾ ਤਾਂ ਜਵਾਬ ਹੈ, ਜਵਾਬ ਤਾਂ ਉਹੀ ਦਿੱਤਾ ਜਾਊਗਾ ਵੀ ਵਿਰੋਧੀ ਸਾਡੇ ਕੰਮ ਤੋਂ ਚਿੜਦੇ ਨੇ, ਸਾਡਾ ਕਾਮ ਬੋਲਦਾ, ਇਹਨਾਂ ਨੂੰ ਜਿਲਸੀ ਹੈ, ਉਹ ਤਾਂ ਜਵਾਬ ਤਾਂ ਇਹੀ ਆਊਗਾ। ਪਰ ਇਹ ਮਾਮਲਾ ਸੀਰੀਅਸ ਇਸ ਕਰਕੇ ਹੈ ਕਿ ਉਹਨੇ CAG ਹੈ ਜਿਹੜਾ ਗਰੀਸ਼ ਚੰਦਰ ਮੁਰਮੂ, ਉਹਨੂੰ LOP ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਲਿਖੀ ਹੈ, ਉਹਦੇ 'ਚ ਇਹ ਅਮਾਊਂਟ ਵੀ ਲਿਖਿਆ ਹੈ ਕਿ 1 ਕਰੋੜ 13 ਲੱਖ 26 ਹਜ਼ਾਰ, ਮਤਲਬ ਇੰਨਾ ਕੁਛ ਹੈਗਾ ਪੈਸਾ। ਮੈਨੂੰ ਤਾਂ ਇਹ ਹੈਰਾਨੀ ਹੋਈ ਵੀ 1 ਕਰੋੜ ਰੁਪਇਆ ਰੋਡ ਸ਼ੋਅ ਦੇ ਉੱਪਰ ਹੀ ਲੱਗ ਗਿਆ। ਪਹਿਲੀ ਗੱਲ ਤਾਂ ਆਪਣੇ ਆਪ ਦੇ ਵਿੱਚ ਇੱਕ ਸਕੈਂਡਲ ਬਣਦਾ ਹੈ ਕਿ ਇੰਨਾ ਖਰਚਾ ਕਿਉਂ ਕੀਤਾ ਗਿਆ। ਰੋਪੜ ਦੀਆਂ ਸਾਰੀਆਂ ਬੱਸਾਂ ਨੇ ਜਿਹੜੀਆਂ ਉਹ ਲੈ ਕੇ ਗਏ, ਮਤਲਬ ਇਹ ਰੋਪੜ ਡਿਪੂ ਦੀਆਂ, ਮਤਲਬ ਇਹਦੇ 'ਚ ਕਈ ਅਫਸਰ ਵੀ ਫਸਣਗੇ ਮੇਰੇ ਖਿਆਲ ਦੇ ਵਿੱਚ, ਕਿਉਂਕਿ CAG ਦਾ ਜਿਹੜਾ ਆਡਿਟ ਕਰਨ ਦਾ ਤਰੀਕਾ ਹੈ ਉਹ ਬੜੀ ਬਰੀਕੀ 'ਚ ਜਾਂਦਾ ਹੈ, ਔਰ ਉਦੋਂ ਤੱਕ ਸਰਕਾਰ ਨੇ ਸਹੁੰ ਨਹੀਂ ਸੀ ਚੱਕੀ। ਇਹ ਆਪਣੇ ਆਪ 'ਚ ਬਹੁਤ ਵੱਡੀ ਫਾਈਨੈਂਸ਼ੀਅਲ ਲੈਪਸ ਹੈ ਕਿ ਮਤਲਬ ਜਿਹੜੀ ਅਜੇ ਸਰਕਾਰ ਹੈ ਹੀ ਨਹੀਂ ਸੀ, ਉਹ ਸੈਂਕਸ਼ਨ ਕਿਵੇਂ ਕਰ ਸਕਦੀ ਸੀ ਇਹ ਪੈਸੇ। ਪਰ ਜੇ ਕਿਤੇ ਨੂੰ ਇਹਨਾਂ ਨੇ, ਜੇ ਅਪੋਜੀਸ਼ਨ ਕਿਉਂਕਿ ਕਮਜ਼ੋਰ ਹੈ, ਉਹ ਥੋੜ੍ਹਾ ਜਿਹਾ ਉਹ ਵੀ ਚੱਕਦੇ ਨੇ, ਢਿੱਲੇ ਢੁੱਲੇ ਪੈ ਜਾਂਦੇ ਨੇ, ਜੇ ਇਹਨੂੰ ਉਹ ਸੀਰੀਅਸਲੀ ਉਹਨਾਂ ਨੇ ਮਤਲਬ ਇਹਨੂੰ ਚੱਕ ਲਿਆ ਤਾਂ ਇਹ ਬਹੁਤ ਹੀ ਸੀਰੀਅਸ ਮਾਮਲਾ ਹੈ। ਮਤਲਬ ਇਹ ਤੁਸੀਂ ਫਾਈਨੈਂਸ਼ੀਅਲ ਇਰੈਗੂਲੈਰਿਟੀ ਹੈ, ਪਰ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਕਲਰਕ ਤੋਂ ਲੈ ਕੇ ਉੱਪਰ ਤੱਕ, ਉਹ ਸਾਰੇ ਬਚ ਨਹੀਂ ਸਕਣਗੇ। ਜਿਹੜਾ ਇਹ ਕਹਿ ਰਹੇ ਨਾ 55 ਲੱਖ ਅਸੀਂ ਉਹਨਾਂ ਤੋਂ ਰਿਕਵਰ ਕਰਨਾ ਹੈ, ਉਹ ਤਾਂ ਅਜੇ ਦਿੱਤਾ ਹੀ ਨਹੀਂ ਗਿਆ। ਇਹ ਤਾਂ ਬਿਲਕੁਲ ਪੇਮੈਂਟ ਹੋਈ ਹੈ ਪਰ ਵਿਦਆਊਟ ਸੈਂਕਸ਼ਨ ਹੋਈ ਹੈ। ਮਤਲਬ ਕਿਹਨੇ ਉਹ ਸੈਂਕਸ਼ਨ ਦਿੱਤੀ, ਕਿਹਨੇ ਉਹ ਕੇਸ ਬਣਾਇਆ, ਕਿੱਥੇ ਉਹ ਖਰਚਾ ਹੋਇਆ, ਬਿੱਲ ਕਿਸ ਤਰ੍ਹਾਂ ਪੇ ਕਰੇ ਗਏ, ਇਹ ਆਪਣੇ ਆਪ ਦੇ ਵਿੱਚ ਬੜੀ ਸਕੈਂਡਲਸ ਗੱਲ ਹੈ ਇੱਕ ਕਿਸਮ ਦੀ। ਪਰ ਜਿਸ ਤਰ੍ਹਾਂ ਹੋਰ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਚੱਲਦਾ ਹੈ, ਇਹ ਸਾਰਾ ਕੁਛ ਹੀ ਮਤਲਬ ਤਵੜੋ ਕੁਛ ਚੱਲੀ ਜਾਂਦਾ ਹੈ। ਹੈਲੀਕਾਪਟਰ ਵੀ ਤਾਂ ਚੱਲ ਹੀ ਰਹੇ ਨੇ। ਉਸ ਇਹ ਬੇਦਰੇਗੀ ਦੇ ਨਾਲ ਜਿਹੜਾ ਖਜ਼ਾਨਾ ਹੈ ਉਹਨੂੰ ਉਡਾ ਰਹੇ ਨੇ,
ਤੇ ਦੂਜਿਆਂ ਦੇ ਉੱਪਰ ਸਿਰਫ ਰੌਲਾ ਰੱਪਾ ਪਾ ਕੇ ਮੀਡੀਆ ਦੇ ਵਿੱਚ ਖੜਕਾ ਦੜਕਾ ਕਰਕੇ ਚੱਲੀ ਜਾ ਰਹੇ ਨੇ, ਪਰ ਇਹ ਬਹੁਤ ਦੇਰ ਨਹੀਂ ਚੱਲ ਸਕੂਗਾ। ਜੀ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਤੁਸੀਂ ਆਪਣਾ ਤਾਂ ਕਹਿੰਦੇ ਨੇ ਆਪਣੀਆਂ ਕੱਛ 'ਚ ਦੂਏ ਦੀਆਂ ਹੱਥ 'ਚ, ਆਪ ਜਾਂ ਤਾਂ ਉਹਨਾਂ ਕੰਮਾਂ ਤੋਂ ਹਟ ਜਾਣ, ਜਾਂ ਤਾਂ ਆਪ ਬੜੀ ਸ਼ਾਂਤੀ ਵਾਲੀ ਬੜੀ ਸਾਫ਼ ਸੁਥਰੀ ਜ਼ਿੰਦਗੀ ਜਿਉਂਦੇ ਹੋ, ਫਿਰ ਤਾਂ ਠੀਕ ਹੈ, ਆਪ ਉਹ ਕੰਮ ਨਾ ਕਰਦੇ ਹੋ। ਆਪ ਤੁਸੀਂ ਧੜੱਲੇ ਨਾਲ ਉਹੀ ਕੰਮ ਕਰ ਰਹੇ ਹੋ ਜਿਹੜੇ ਦੋਸ਼ ਦੂਜਿਆਂ ਤੇ ਲਾ ਰਹੇ ਹੋ। ਪਰ ਇਹ ਤਾਂ ਮੇਰਾ ਖਿਆਲ ਹੈ ਕਦੇ ਵੀ ਨਹੀਂ ਇਸ ਤਰ੍ਹਾਂ ਹੋਇਆ ਹੋਣਾ ਪਹਿਲਾਂ। ਪਤਾ ਨਹੀਂ ਉਹ ਕਿਸ ਤਰ੍ਹਾਂ ਕਿਹੜੇ ਆਫੀਸਰਸ ਨੇ ਕੀ ਰਾਏ ਦਿੱਤੀ ਹੋ ਜਾਂ ਕੇਸ ਦਾ ਬਣਾਇਆ ਕੀ ਹੋਣਾ, ਹੱਥ ਨਿਕਲ ਕੇ ਆ ਜਾਣਗੇ ਸਾਹਮਣੇ। ਪਰ ਉਹਨੇ ਚਿੱਠੀ ਲਿਖੀ ਹੈ ਵੀ ਪਹਿਲਾਂ ਵੀ ਚਰਚਾ ਜਦੋਂ ਹੋਇਆ ਸੀ ਉਹ ਰੋਡ ਸ਼ੋਅ, ਉਦੋਂ ਵੀ ਚਰਚਾ ਤਾਂ ਹੋਈ ਸੀਗੀ, ਪਰ ਕਿਉਂਕਿ ਹੁਣ ਤਾਂ ਉਹਨੂੰ ਰਿਕਾਰਡ ਆ ਗਈ ਹੈ ਚੀਜ਼ ਕਿ ਇੰਨਾ ਅਮਾਊਂਟ ਖਰਚਿਆ ਗਿਆ ਜੀ, ਵਿਦਆਊਟ ਸੈਂਕਸ਼ਨ ਖਰਚਿਆ ਗਿਆ, ਇਹ ਰਿਕਾਰਡ ਤੇ ਹੈ ਕਿ ਸਰਕਾਰ ਨੇ ਸਹੁੰ ਬਾਅਦ ਦੇ ਵਿੱਚ ਕੀ ਹੈ। ਉਸ ਟਾਈਮ ਤੱਕ ਭਗਵੰਤ ਸਿੰਘ ਮਾਨ ਸੀਐਮ ਨਹੀਂ ਸੀ, ਫਿਰ ਉਹ ਸੈਂਕਸ਼ਨ ਕਿਹਨੇ ਕਰੇ? ਇਹ ਆਪਣੇ ਆਪ ਦੇ ਵਿੱਚ ਮਸਲਾ ਮੇਰਾ ਖਿਆਲ ਹੈ ਗੰਭੀਰ ਹੈ। ਜੀ ਸਰ, ਦੂਸਰੇ ਪਾਸੇ ਸਰਕਾਰੀ ਪੈਸੇ ਦੁਰਵਰਤੋਂ ਲੈ ਕੇ ਅੱਜ ਕਾਂਗਰਸ ਨੇ ਫਿਰ ਤੋਂ ਮਾਨ ਸਰਕਾਰ ਨੂੰ ਵੀ ਘੇਰਿਆ, ਕਿਉਂਕਿ ਅੱਜ ਇੱਕੋ ਟੋਲ ਪਲਾਜ਼ਾ ਬੰਦ ਕਰਾਉਣ ਦੇ ਲਈ ਗਏ ਨੇ ਤੇ ਕਾਂਗਰਸ ਦਾ ਇਹ ਇਲਜ਼ਾਮ ਹੈ ਵੀ ਜੋ ਟੋਲ ਪਲਾਜ਼ੇ ਦੀ ਮਿਆਦ ਖਤਮ ਹੋ ਗਈ ਹੈ ਤਾਂ ਵੈਸੇ ਹੀ ਬੰਦ ਹੋ ਜਾਣਾ ਸੀਗਾ, ਉੱਥੇ ਲਾਮ ਲਸ਼ਕਰ ਲੈ ਕੇ ਜਾਣ ਦਾ ਤੇ ਸਰਕਾਰੀ ਖਜ਼ਾਨੇ 'ਚੋਂ ਲੱਖਾਂ ਰੁਪਏ ਖਰਚਣ ਦਾ ਕੀ ਮਾਮਲਾ ਸੀਗਾ? ਉਹ ਕਿਵੇਂ ਦੇਖ ਰਹੇ ਹੋ ਕਾਂਗਰਸ ਉਸ ਇਲਜ਼ਾਮ ਨੂੰ? ਕੀ ਭਗਵੰਤ ਮਾਨ ਸਾਹਿਬ ਇਸ ਮਾਮਲੇ ਉੱਪਰ ਵੀ ਜਵਾਬ ਦੇ ਸਕਣਗੇ ਜਦੋਂ ਕਹਿ ਰਹੇ ਨੇ ਵੀ ਕਹਿੰਦੇ ਟੋਲ ਪਲਾਜ਼ਾ ਤਾਂ ਬੰਦ ਹੋਣਾ ਹੀ ਹੋਣਾ ਸੀ, ਫਿਰ ਮਾਨ ਸਾਹਿਬ ਨੂੰ ਉੱਥੇ ਪਹੁੰਚਣ ਦੀ ਕੀ ਜ਼ਰੂਰਤ ਪੈ ਗਈ ਸੀ? ਕੱਲ ਹੀ ਮਾਨ ਸਾਹਿਬ ਨੇ ਟਵੀਟ ਕਰਤਾ ਸੀ ਵੀ ਇੱਕ ਹੋਰ ਟੋਲ ਪਲਾਜ਼ਾ ਖੁਸ਼ਖਬਰੀ ਅਸੀਂ ਦੇ ਰਹੇ ਹਾਂ, ਅਸੀਂ ਕੱਲ ਨੂੰ ਬੰਦ ਕਰਾ ਰਹੇ ਹਾਂ। ਤਾਂ ਇੱਕ ਆਰਟੀਆਈ ਐਕਟਿਵਿਸਟ ਨੇ ਤੋਂ ਪਹਿਲਾਂ ਹੀ ਪਾ ਦਿੱਤਾ ਸੀ ਜੀ ਕਿ ਕੱਲ ਨੂੰ ਆ ਫਲਾਣਾ ਟੋਲ ਪਲਾਜ਼ਾ ਜਿਹੜਾ ਫਰੀਦਕੋਟ ਦੇ ਵਿੱਚ ਬੰਦ ਹੋਣ ਜਾ ਰਿਹਾ ਹੈ, ਕਿਤੇ ਇਹ ਨਾ ਹੋਵੇ ਵੀ ਮਾਨ ਸਾਹਿਬ ਉੱਥੇ ਚੱਲ ਪੈਣ। ਉਹੀ ਗੱਲ ਹੋਈ, ਉਹ ਥੋੜੀ ਦੇਰ ਬਾਅਦ ਇਹਨਾਂ ਦਾ ਟਵੀਟ ਆ ਗਿਆ ਤੇ ਉੱਥੇ ਜਾ ਕੇ ਬੰਦ ਕਰਾਉਣ ਚਲੇ ਗਏ। ਜਿਹੜੀ ਚੀਜ਼ ਆਪੇ ਹੀ ਮਿਆਦ ਮੁੱਕ ਗਈ ਹੈ ਤੇ ਉਹਨੇ ਬੰਦ ਹੋਣਾ ਹੈ, ਤੁਸੀਂ ਇਹ ਮਤਲਬ ਧੂਮ ਧੜੱਕਾ ਕਾਹਦੇ ਲਈ ਕਰ ਰਹੇ ਹੋ? ਇਹ ਵੈਸੇ ਜ਼ਿਆਦਾ ਹੀ ਕੁਝ ਹੋ ਗਿਆ, ਮਤਲਬ ਮਸ਼ਹੂਰੀ ਦੀ ਭੁੱਖ ਹੈ ਜਿਹੜੀ ਇਹਨਾਂ ਨੂੰ ਇਸ ਹੱਦ ਤੱਕ ਲੈ ਗਈ ਹੈ ਕਿ ਬਿਲਕੁਲ ਹੀ ਦੂਜਿਆਂ ਦਾ ਮਜ਼ਾਕ ਉਡਾਉਂਦੇ ਨਾ ਆਪ ਹੀ ਮਜ਼ਾਕ ਬਣਦੇ ਜਾ ਰਹੇ ਕਿ ਜਦੋਂ ਉਹਦੀ ਮਿਆਦ ਖਤਮ ਹੋ ਗਈ ਹੈ, ਉਹਨੇ ਬੰਦ ਹੋ ਜਾਣਾ ਹੈ, ਤਾਂ ਤੁਸੀਂ ਉੱਥੇ ਜਾ ਕੇ ਕਿਹੜੇ ਜਸ਼ਨ ਮਨਾ ਰਹੇ ਹੋਗੇ? ਉਹਦੀ ਤਾਂ ਉਹਨੇ ਤਾਂ ਜਿੰਨਾ ਲੁੱਟਣਾ ਸੀ ਲੁੱਟ ਲਿਆ ਉਹਨੇ, ਜਾਂ ਤਾਂ ਤੁਸੀਂ ਉਹ ਤੋਂ ਰਿਕਵਰੀ ਕਰੋ, ਜਾਂ ਉਹਦੇ ਨਾਲ ਜਿਹੜਾ ਐਗਰੀਮੈਂਟ ਸੀ ਉਹ ਮੁੱਕ ਚੁੱਕਿਆ ਹੈ। ਚਲੋ ਠੀਕ ਹੈ, ਤੁਸੀਂ ਉਹਦਾ ਥੈਂਕਸ ਕਰ ਦਿਓ ਵੀ ਭਾਈ ਤੂੰ ਤੇਰੇ ਪੈਸੇ ਤੂੰ ਖਰਚੇ ਸੀ ਵਸੂਲ ਹੋ ਗਏ, ਗੱਲ ਮੁੱਕੀ ਹੈ, ਲੋਕਾਂ ਨੂੰ ਸਿੱਟੀ ਅੱਗੇ ਦੇ ਦਿਓ। ਪਰ ਉਹਦੇ ਤੇ ਇਹ ਆਪ ਕ੍ਰੈਡਿਟ ਲੈਣਾ ਮੇਰਾ ਖਿਆਲ ਹੈ ਹੌਲੀ ਹੌਲੀ ਇਹ ਸਾਰੇ ਪੋਲੀਟੀਸ਼ੀਅਨਾਂ ਦਾ ਹੀ ਹਾਲ ਅੱਜ ਕੱਲ੍ਹ ਇਹ ਹੈ ਕਿ ਕਿਤੇ ਇਹ ਨਾ ਕਰਨ ਲੱਗ ਜਾਣ ਵੀ ਜਿਹੜਾ ਸਾਹ ਤੁਹਾਨੂੰ ਆ ਰਿਹਾ ਹੈ ਵੀ ਦੇਖੋ ਅਸੀਂ ਦੇ ਰਹੇ ਹਾਂ ਸਰਕਾਰੀ ਤੌਰ ਤੇ ਆਕਸੀਜਨ ਜਿਹੜੀ ਹੈ, ਨਹੀਂ ਤਾਂ ਹੋਣੀ ਨਹੀਂ ਸੀ ਇਹ। ਮਤਲਬ ਇੰਨਾ ਜ਼ਿਆਦਾ ਭੁੱਖ ਹੈ ਜਿਹੜੀ ਵਡਿਆਈ ਦੀ, ਮਸ਼ਹੂਰੀ ਦੀ ਤੇ ਆਪਣੇ ਉਹਦੀ ਢੋਲ ਢਮੱਕੇ ਦੀ, ਪਰ ਉਹਦੇ ਤੇ ਖਰਚਾ ਕਿੱਥੋਂ ਹੋ ਰਿਹਾ? ਤੁਸੀਂ ਇੰਨਾ ਲੈ ਕੇ ਜਾ ਰਹੇ ਹੋ, ਵਿਰੋਧੀ ਤਾਂ ਸਵਾਲ ਉਠਾਉਣਗੇ। ਤੁਸੀਂ ਗੱਡੀਆਂ ਕਾਫਲੇ ਉੱਥੇ ਪੋਲਿਊਸ਼ਨ ਕਰਦੇ ਫਿਰ ਰਹੇ ਹੋ, ਇੰਨਾ ਸਾਰਾ ਡੀਜ਼ਲ ਫੂਕਦੇ, ਸਿਕਿਉਰਿਟੀ ਵਾਲਿਆਂ ਨੂੰ ਨਾਲ ਘੜੀਸੀ ਫਿਰ ਰਹੇ ਹੋ, ਕੀ ਮਤਲਬ ਹੈ ਇਸ ਗੱਲ ਦਾ? ਵੈਸੇ ਜੀ ਸਰ, ਦੂਸਰੇ ਪਾਸੇ ਸਰ ਇਸ ਮਾਮਲੇ ਦੇ ਉੱਪਰ ਹੀ ਟੋਲ ਪਲਾਜ਼ਾ ਦੇ ਮਾਮਲੇ ਉੱਪਰ ਅਕਾਲੀ ਦਲ ਨੇ ਇੱਕ ਵੱਖਰੇ ਤਰੀਕੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਹੈ ਮਾਨ ਸਰਕਾਰ ਨੂੰ। ਉਹ ਕਹਿੰਦੇ ਤੁਸੀਂ ਹਰ 30 ਦਿਨ ਕਹਿ ਦਿੰਦੇ ਹੋ ਟੋਲ ਪਲਾਜ਼ਾ ਬੰਦ ਕਰਤਾ। ਟੋਲ ਪਲਾਜ਼ਾ ਵੀ ਉਹ ਜਿਹੜੇ ਆਲਰੇਡੀ ਬੰਦ ਹੋਣ ਵਾਲੇ ਨੇ, ਜਿਹਨਾਂ ਦੀ ਮਿਆਦ ਪੁੱਗ ਚੁੱਕੀ ਹੈ, ਉਹ ਤੁਸੀਂ ਲੋਕਾਂ ਨੂੰ ਬੜੇ ਜ਼ੋਰ ਸ਼ੋਰ ਨਾਲ ਦੱਸ ਦਿਓ। ਲੇਕਿਨ ਦੋ ਟੋਲ ਪਲਾਜ਼ਿਆਂ ਦੀ ਗੱਲ ਉਹਨਾਂ ਨੇ ਕਹੀ ਹੈ ਵੀ ਇੱਕ ਦੁਰਾਹਾ ਤੋਂ ਲੈ ਕੇ ਨੀਲੋਂ ਤੇ ਇੱਕ ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ। ਇਸ ਦੌਰਾਨ ਜਿਹੜਾ ਦੋ ਟੋਲ ਪਲਾਜ਼ੇ ਨਵੇਂ ਲੱਗੇ ਨੇ ਉਹ ਕਿਉਂ ਨਹੀਂ ਦੱਸ ਰਹੇ? ਸਿਰਫ 15 ਦਿਨ ਪਹਿਲਾਂ, ਕਿਉਂਕਿ ਉਹਨਾਂ ਦੇ ਜੋ ਸਪੋਕਸਪਰਸਨ ਨੇ ਉਹਨਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਵੀ ਦੁਰਾਹਾ ਤੋਂ ਨੀਲੋਂ ਇੱਕ ਟੋਲ ਪਲਾਜ਼ਾ ਲੱਗਿਆ ਤੇ ਅੰਮ੍ਰਿਤਸਰ ਤੋਂ ਬਠਿੰਡਾ ਤੱਕ ਇੱਕ ਹੋਰ। ਸਿਰਫ 15-20 ਦਿਨ ਪਹਿਲਾਂ ਹੀ ਟੋਲ ਪਲਾਜ਼ਾ ਚਾਲੂ ਕੀਤਾ ਗਿਆ ਕਿ ਉਹ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਟੋਲ ਪਲਾਜ਼ੇ ਹੋਰ ਦੋ ਲੱਗ ਵੀ ਚੁੱਕੇ ਨੇਗੇ। ਉਹ ਤਾਂ ਕਿਉਂ ਦੱਸਣਗੇ? ਦੇਖੋ ਜਦੋਂ ਉੱਥੇ ਡੰਕਾ ਵਜਾਇਆ ਗਿਆ ਕਿ ਅਸੀਂ ਇਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਮਾਨਸਾ ਦੇ ਵਿੱਚ, ਇਹ ਥੋੜ੍ਹਾ ਦੱਸਿਆ ਸੀ ਵੀ ਅਸੀਂ ਸ਼ਾਮ ਨੂੰ ਤੇਲ ਦਾ ਰੇਟ ਵੀ ਵਧਾ ਰਹੇ ਹਾਂ। ਟੈਕਸ ਜਦੋਂ ਹੋਇਆ ਕਿ ਅਸੀਂ ਟੈਕਸ ਫ੍ਰੀ ਬਜਟ ਕੀਤਾ, ਇਹ ਥੋੜ੍ਹਾ ਦੱਸਿਆ ਸੀ ਵੀ ਪੈਨਸ਼ਨਰਸ ਦੀ ਵੀ ਅਸੀਂ ਮਤਲਬ ਉਹਨਾਂ ਨੂੰ ਵੀ ਡਨ ਲਾ ਰਹੇ ਹਾਂ, ਮਤਲਬ 200 ਰੁਪਏ ਪਰ ਮੰਥ। ਸੋ ਇਹ ਤਾਂ ਗੱਲ ਇਹ ਹੈ ਕਿ ਉਹ ਮਤਲਬ ਜਿਹੜਾ ਹੈ ਨਾ ਕਿ ਦਾਨ ਕਾ ਚਰਚਾ ਘਰ ਘਰ ਜਾਏ, ਆਪ ਕੀ ਦੌਲਤ ਛੁਪੀ ਰਹੇ। ਆਪਣਾ ਮਾੜਾ ਕਿਉਂ ਦੱਸਣਗੇ? ਦੋ ਜਿਹੜੇ ਟੋਲ ਪਲਾਜ਼ੇ ਲਾਏ ਨੇ ਅੰਮ੍ਰਿਤਸਰ ਤੇ ਨੀਲੋਂ ਵਾਲਾ ਜਿਹੜਾ ਦੁਰਾਹੇ ਵਾਲਾ, ਉਹ ਦੱਸਣੇ ਕਿਉਂ ਨੇ? ਖੈਰ ਉਹ ਟੋਲ ਰੋਡਸ ਬਣੀਆਂ ਹੋਣਗੀਆਂ, ਵੈਸੇ ਇਹਨਾਂ ਦਾ ਕਸੂਰ ਨਹੀਂ ਉਹਦੇ 'ਚ ਹੋਣਾ ਮੇਰੇ ਖਿਆਲ ਦੇ ਵਿੱਚ, ਕਿਉਂਕਿ ਪਹਿਲਾਂ ਹੀ ਜਦੋਂ ਰੋਡਸ ਉਹ ਕੰਸਟਰਕਟ ਹੋਈਆਂ ਨੇ ਪਿਛਲੀ ਸਰਕਾਰ ਦੇ ਟਾਈਮ ਦੇ ਹੀ ਐਗਰੀਮੈਂਟ ਹੋਏ ਹੋਣਗੇ, ਉਹ 'ਚ ਇਹਨਾਂ ਦਾ ਕਸੂਰ ਨਹੀਂ ਹੈ। ਪਰ ਇਹ ਹੈ ਕਿ ਜਦੋਂ ਤੁਸੀਂ ਡੰਕਾ ਬੰਦ ਹੋਣ ਜਿੱਦਾਂ ਵਜਾ ਰਹੇ ਹੋ ਤਾਂ ਨਵੇਂ ਲੱਗਣ ਦਾ ਵੀ ਫਿਰ ਦੱਸੋ ਨਾ, ਸਵਾਲ ਦਾ ਜਵਾਬ ਦਿਓ ਤੁਸੀਂ ਆਪ। ਸੋ ਵਿਰੋਧੀ ਦਾ ਸਵਾਲ ਕੁਦਰਤੀ ਉਠਾਉਣਗੇ, ਉਹ 'ਚ ਇਹਨਾਂ ਦਾ ਕਸੂਰ ਨਹੀਂ ਹੈ। ਪਰ ਕਸੂਰ ਇਸ ਗੱਲ ਦਾ ਹੈ
ਕਿ ਤੁਸੀਂ ਮਤਲਬ ਜਿਹੜੀ ਚੀਜ਼ ਆਲਰੇਡੀ ਚੱਲ ਰਹੀ ਹੈ, ਨਾਰਮਲ ਹੈ, ਤੁਸੀਂ ਉਹਦਾ ਕ੍ਰੈਡਿਟ ਤਾਂ ਲੈਣਾ ਚਾਹੁੰਦੇ ਹੋ, ਡਿਸਕ੍ਰੈਡਿਟ ਦੂਜਿਆਂ ਨੂੰ ਦੇਣਾ ਚਾਹੁੰਦੇ ਜੀ ਹੋ। ਇਸ ਕਰਕੇ ਵਿਰੋਧੀ ਫਿਰ ਰੌਲਾ ਪਾਉਣਗੇ, ਕੁਦਰਤੀ ਗੱਲ ਹੈ। ਜੀ। ਹੁਣ ਸਰ ਦੂਸਰੀ ਇੱਕ ਅਹਿਮ ਖਬਰ ਵੱਲ ਚੱਲੀਏ, ਕਿਉਂਕਿ 2024 ਨੂੰ ਲੈ ਕੇ ਇਲੈਕਸ਼ਨ ਈਅਰ ਹੈਗਾ, ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ, ਗੱਠਜੋੜ ਦੀਆਂ ਚਰਚਾਵਾਂ ਜੋੜ ਤੋੜ ਸ਼ੁਰੂ ਹੋ ਚੁੱਕੇ ਨੇ ਪੂਰੇ ਦੇਸ਼ ਦੇ ਵਿੱਚ। ਪੰਜਾਬ ਦੀ ਗੱਲ ਕਰੀਏ ਤੇ ਭਾਜਪਾ ਤੇ ਅਕਾਲੀ, ਇਹਨਾਂ ਦੋਹਾਂ ਦੇ ਗੱਠਜੋੜ ਦੀ ਚਰਚਾ ਬਿਲਕੁਲ ਚਰਮ ਦੇ ਉੱਪਰ ਹੈ। ਭਾਵੇਂ ਕਿ ਪਾਰਟੀਆਂ ਦੇ ਲੀਡਰ, ਚਾਹੇ ਅਕਾਲੀ ਦਲ ਦੀ ਗੱਲ ਕਰੀਏ ਚਾਹੇ ਭਾਜਪਾ ਦੀ ਗੱਲ ਕਰੀਏ, ਡਿਨਾਈ ਕਰਦੇ ਹੋਏ ਨਜ਼ਰ ਆ ਰਹੇ ਨੇ, ਲੇਕਿਨ ਇਸ ਦੇ ਉੱਪਰ ਇਹ ਤਕਰੀਬਨ ਮੋਹਰ ਹੁਣ ਲੱਗਦੀ ਨਜ਼ਰ ਆ ਰਹੀ ਹੈ, ਜੋ ਪਬਲਿਕ ਡੋਮੇਨ 'ਚ ਗੱਲ ਹੈ ਵੀ ਇਹ ਹੁਣ ਨਹੀਂ ਤਾਂ ਹਫ਼ਤੇ ਦੇ ਵਿੱਚ ਇਹ ਹੋ ਜਾਣਾਗਾ ਗੱਠਜੋੜ, ਜਿਸ ਨੂੰ ਲੈ ਕੇ ਕਹਿ ਰਹੇ ਨੇ ਵੀ ਮੀਟਿੰਗਾਂ ਵੀ ਲਗਾਤਾਰ ਅਕਾਲੀ ਦਲ ਦੀਆਂ ਹੋ ਰਹੀਆਂ ਨੇ ਆਪਸ ਦੇ ਵਿੱਚ। ਸੁਖਬੀਰ ਸਿੰਘ ਬਾਦਲ ਤੇ ਦਿੱਲੀ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਵਿਚਰ ਰਹੇ ਨੇ ਭਾਜਪਾ ਦੇ ਸੀਨੀਅਰ ਲੀਡਰ ਦੇ ਨਾਲ। ਸੱਚਾਈ ਕਿੰਨੀ ਹੈ ਕੁਝ ਦਿਨਾਂ 'ਚ ਪਤਾ ਲੱਗ ਜਾਏਗਾ, ਲੇਕਿਨ ਇਸ ਦੇ ਵਿੱਚ ਇੱਕ ਅਹਿਮ ਖੁਲਾਸਾ ਕੀਤਾ ਕਾਂਗਰਸ ਨੇ। ਕਾਂਗਰਸ ਇਹ ਕਹਿੰਦੀ ਨਜ਼ਰ ਆ ਰਹੀ ਹੈ ਵੀ ਇਹ ਗੱਠਜੋੜ ਤਾਂ ਟੁੱਟੇ ਹੀ ਨਹੀਂ ਸੀਗਾ, ਇਹ ਤਾਂ ਸਿਰਫ ਔਰ ਸਿਰਫ ਡਰਾਮੇਬਾਜ਼ੀ ਕੀਤੀ ਗਈ ਸੀ ਲੋਕਾਂ ਨੂੰ ਦਿਖਾਉਣ ਦੇ ਲਈ। ਕਿਵੇਂ ਦੇਖ ਰਹੇ ਹੋ ਇਸ ਮਾਮਲੇ ਦੇ ਵਿੱਚ? ਕਿਉਂਕਿ ਇਹ ਗੱਲ ਦੇ ਨਾਲ ਤਰਕ ਇਹ ਦਿੱਤਾ ਗਿਆ ਵੀ ਹਰਸਿਮਰਤ ਕੌਰ ਬਾਦਲ ਭਾਵੇਂ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ, ਲੇਕਿਨ ਉਹਨਾਂ ਦੀ ਜਿੰਨੀਆਂ ਵੀ ਸਹੂਲਤਾਂ ਨੇ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਵਾਪਸ ਨਹੀਂ ਲਈਆਂ ਗਈਆਂ। ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਸ ਤਰਕ ਨੂੰ, ਤੇ ਕਿਵੇਂ ਦੇਖ ਰਹੇ ਹੋ ਉਹਨਾਂ ਦੇ ਇਸ ਜੋ ਵੱਡਾ ਹੁਣ ਇਹਨਾਂ ਨੇ ਬੋਲੇ ਨੇਗੇ ਜਾਂ ਕਈ ਖੁਲਾਸੇ ਕੀਤੇ ਨੇ ਵੀ ਭਾਈ ਗੱਠਜੋੜ ਤੱਕ ਟੁੱਟੀ ਨਹੀਂ ਸੀ? ਕਿਵੇਂ ਦੇਖ ਰਹੇ ਹੋ ਉਸ ਮਾਮਲੇ ਨੂੰ? ਇਹ ਲਖਵਿੰਦਰ ਜੀ ਗੱਲ ਠੀਕ ਲੱਗ ਰਹੀ ਹੈ। ਰਾਜਾ ਵੜਿੰਗ ਨੇ ਵੈਸੇ ਇਹ ਬਿਆਨ ਦਿੱਤਾ ਹੈ ਕਿ ਇਹ ਕਦੇ ਵੀ ਨਹੀਂ ਟੁੱਟੇ, ਐਵੇਂ ਲੋਕਾਂ ਨੂੰ ਧੋਖਾ ਦੇਣ ਵਾਲੀ ਗੱਲ ਸੀ। ਉਹਦਾ ਖੰਡਨ ਵੈਸੇ ਹੈ ਵੀ ਬੀਜੇਪੀ ਨੇ ਵੀ, ਸਰਸਾ ਸਾਹਿਬ ਨੇ ਕੀਤਾ ਤੇ ਉਧਰੋਂ ਦਲਜੀਤ ਚੀਮਾ ਨੇ ਕਿਹਾ ਵੀ ਐਵੇਂ ਅਫਵਾਹ ਹੈ। ਪਰ ਜਿਸ ਤਰ੍ਹਾਂ ਦੀ ਐਕਟੀਵਿਟੀ ਚੱਲ ਰਹੀ ਹੈ, ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ, ਦਿੱਲੀ 'ਚ ਹੋ ਰਹੀਆਂ ਨੇ, ਕਿਉਂਕਿ ਸੋਹਾਂ ਆ ਰਹੀਆਂ ਨੇ, ਉਹ ਵੀ ਹੈ ਕਿ ਕੋਈ ਮੰਤਰੀ ਵੀ ਲਿਆ ਜਾਣਾ ਹੈ। ਤੇ ਦੱਸਿਆ ਇਹ ਜਾ ਰਿਹਾ ਹੈ ਕਿ ਹਰਸਿਮਰਤ ਦੀ ਬਜਾਏ ਉਹ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਹੀ ਹੈ ਕੇਂਦਰੀ ਸਰਕਾਰ ਵੀ ਤੁਸੀਂ ਇੱਥੇ ਸਾਡੇ ਮੰਤਰੀ ਬਣੋ, ਜੁਆਇਨ ਕਰੋ। ਉਹਦੇ ਲਈ ਬੜੀ ਦੁਵਿਧਾ ਵਾਲੀ ਪੋਜੀਸ਼ਨ ਹੈ ਕਿ ਜੇ ਉਹ ਮੰਤਰੀ ਬਣਦਾ ਤਾਂ ਪ੍ਰਧਾਨਗੀ ਛੱਡਣੀ ਪੈਣੀ ਹੈ, ਤੇ ਜੇ ਮੰਤਰੀ ਨਹੀਂ ਬਣਦਾ ਤਾਂ ਜਿਹੜਾ ਗੱਠਜੋੜ ਹੈ ਉਹਦੀ ਮਤਲਬ ਫਾਈਨਲ ਜਿਹੜੀਆਂ ਟੱਚਸ ਨੇ। ਪਰ ਇਹ ਕਹਿ ਰਹੇ ਨੇ, ਮਤਲਬ ਚਰਚਾ ਜਿਹੜੀ ਹੁਣ ਆ ਰਹੀ ਹੈ ਕਿ ਸੀਟਾਂ ਦੇ ਵਿੱਚ ਪਹਿਲਾਂ ਵਾਲਾ ਜਿਹੜਾ ਤਵਾਜ਼ਨ ਹੈ ਉਹ ਬਦਲਿਆ ਜਾਊਗਾ। ਵਿਧਾਨ ਸਭਾ ਦੇ ਵਿੱਚ ਬੀਜੇਪੀ ਨੂੰ ਜ਼ਿਆਦਾ ਮਿਲਣਗੀਆਂ ਤੇ ਲੋਕ ਸਭਾ ਦੇ ਵਿੱਚ ਇਹ ਜ਼ਿਆਦਾ ਮੰਗ ਰਹੇ ਨੇ। ਪਰ ਇਹ ਹੈ ਕਿ ਗੱਲ ਕਿਸੇ ਹੱਦ ਤੱਕ ਠੀਕ ਹੈ ਕਿ ਉਹਨਾਂ ਦਾ ਰਿਸ਼ਤਾ ਅੰਦਰੋਂ ਅੰਦਰੀ ਤਾਂ ਬਿਲਕੁਲ ਨਹੀਂ ਸੀ ਟੁੱਟਿਆ। ਉਹ ਠੀਕ ਹੈ, ਫੈਸਿਲਿਟੀਜ਼ ਵੀ ਵਾਪਸ ਨਹੀਂ ਸੀ ਲਈਆਂ। ਰਾਹੁਲ ਗਾਂਧੀ ਦੀ ਤਾਂ ਮੈਂਬਰਸ਼ਿਪ ਹੀ ਕੈਂਸਲ ਕਰਤੀ, ਬੰਗਲਾ ਵੀ ਖਾਲੀ ਕਰਾ ਲਿਆ ਦੂਜੇ ਦਿਨ ਹੀ। ਤੇ ਇੱਕ ਮੰਤਰੀ ਤੁਹਾਡੇ ਰਿਜ਼ਾਈਨ ਕਰਕੇ ਹੈ ਤਾਂ ਤੁਸੀਂ ਉਹਦੇ ਤੋਂ ਨਹੀਂ ਲੈ ਰਹੇ ਹੋ। ਉਹ ਸਾਂਝ ਤਾਂ ਸੀਗੀ, ਜਿਸ ਤਰ੍ਹਾਂ ਬਾਦਲ ਸਾਹਿਬ ਦੇ ਡੈਥ ਤੋਂ ਬਾਅਦ ਜਿਵੇਂ ਮੋਦੀ ਸਾਹਿਬ ਆਏ, ਨੱਡਾ ਸਾਹਿਬ ਆਏ, ਕੁਝ ਬਿਆਨ ਵੀ ਆਏ ਉਹਨਾਂ ਦਾ, ਇਹਨਾਂ ਨੇ ਖੰਡਨ ਵੀ ਬੇਸ਼ੱਕ ਕੀਤਾ, ਪਰ ਅੰਦਰੋਂ ਅੰਦਰੀ ਜਿਹੜਾ ਉਹ ਕਹਿੰਦੇ ਵੀ ਸਾਡਾ 9 ਮਾਸ ਦਾ ਰਿਸ਼ਤਾ ਹੈ ਉਹ ਹੈਗਾ ਹੀ ਹੈ। ਤੇ ਇਹ ਥੋੜਾ ਜਿਹਾ ਪਤਾ ਲੱਗ ਜਾਊਗਾ ਕਿ 9 ਕਿੰਨਾ ਕੁ ਹੈ ਤੇ ਮਾਸ ਕਿੰਨਾ ਕੁ ਹੈ, ਕੌਣ 9 ਹੈ ਤੇ ਕੌਣ ਮਾਸ ਹੈ। ਪਰ ਅੰਦਰੋਂ ਅੰਦਰੀ ਜਿਹੜੀ ਗਤੀਵਿਧੀ ਚੱਲ ਰਹੀ ਹੈ ਇਹ ਐਕਸਪੈਕਟਡ ਹੈ ਕਿ ਹਫ਼ਤੇ ਦੇ ਵਿੱਚ ਇਹ ਅਨਾਉਂਸਮੈਂਟ ਹੋ ਜਾਊਗੀ। ਸਿਰਫ ਫਾਈਨ ਟਿਊਨਿੰਗ ਉਹ ਕਰਿਆ ਜਾ ਰਿਹਾ ਹੈ ਵੀ ਕੌਣ ਮੰਤਰੀ ਬਣੇ, ਇਹਦੀ ਕੀ ਪਾਵਰ ਹੋਵੇ। ਸੋ ਅਕਾਲੀ ਦਲ ਨੂੰ ਵੀ ਥੋੜਾ ਸਾਹ ਆ ਜਾਊਗਾ ਕਿਉਂਕਿ ਖਿਲਰ ਰਹੇ ਨੇ ਉਹ। ਬੀਜੇਪੀ ਦਾ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਜ਼ੋਰ ਜ਼ਾਰ ਲਾ ਕੇ ਦੇਖ ਲਿਆ, ਰੂਰਲ ਵੋਟ ਦੇ ਉੱਪਰ, ਸਿੱਖ ਵੋਟ ਦੇ ਉੱਪਰ ਉਹਨਾਂ ਦੀ ਗ੍ਰਿਪ ਨਹੀਂ ਬਣ ਰਹੀ। ਦੋਨੇ ਪਾਰਟੀਆਂ ਜਦੋਂ ਪਹਿਲਾਂ ਜਨਸੰਘ ਵੀ ਹੁੰਦਾ ਸੀ, ਹੁਣ 'ਚ ਵੀ ਅਲਾਇੰਸ ਇਸ ਕਰਕੇ ਆਇਆ ਸੀ ਵੀ ਇੱਕ ਕੋਲ ਸ਼ਹਿਰੀ ਵੋਟ ਹੈ ਤੇ ਹਿੰਦੂ ਵੋਟ ਹੈ, ਦੂਜਿਆਂ ਕੋਲ ਪੇਂਡੂ ਹੈ ਤੇ ਸਿੱਖ ਵੋਟ ਹੈ। ਸੋ ਬੜਾ ਸੋਹਣਾ ਇਹਨਾਂ ਦਾ ਕੰਬੀਨੇਸ਼ਨ ਬਣ ਜਾਂਦਾ ਸੀ। ਚਾਹੇ ਇੱਕ ਦੂਜੇ ਦੇ ਉਲਟ ਨੇ ਆਈਡੀਓਲੋਜੀਜ਼, ਚਾਹੇ ਇੱਕ ਦੂਜੇ ਦੇ ਖਿਲਾਫ ਬੋਲ ਰਹੇ ਨੇ, ਉਹ ਸੰਘਾਤਮਕ ਢਾਂਚੇ ਦੀ ਗੱਲ ਕਰ ਰਹੇ ਨੇ, ਫੈਡਰਲਿਜ਼ਮ ਦੀ ਗੱਲ ਕਰ ਰਹੇ ਨੇ, ਉਹ ਧਾਰਮਿਕ ਘੱਟ ਗਿਣਤੀਆਂ ਨੂੰ ਵਿਕਟਿਮਾਈਜ਼ ਕਰਨ ਦੀ ਗੱਲ ਕਰ ਰਹੇ ਨੇ, ਇਹ ਮਤਲਬ ਵਿਕਟਮ ਬਣਦੇ ਨੇ। ਬੇਸ਼ੱਕ ਬਹੁਤ ਅਪੋਜ਼ਿਟ ਨੇ, ਪਰ ਵੋਟ ਪੋਲਿਟਿਕਸ ਦੇ ਵਿੱਚ ਇਹਨਾਂ ਦੀ ਸਾਂਝ ਬੜੀ ਪੁਰਾਣੀ ਚੱਲਦੀ ਰਹੀ ਹੈ। ਬਿਜ਼ਨਸ ਉਸ ਤਰੀਕੇ ਨਾਲ ਸਾਂਝੇ ਹੋ ਜਾਂਦੇ ਨੇ ਇੱਕ ਦੂਜੇ ਦੇ ਉੱਪਰ। ਸੋ ਉਹ ਮੇਰਾ ਖਿਆਲ ਹੈ ਵੀ ਦੁਬਾਰਾ ਇਹਨਾਂ ਦੋਨਾਂ ਨੂੰ ਹੀ ਬੈਨੀਫੀਸ਼ੀਅਲ ਹੈ। ਜਿਵੇਂ ਉਹ 15 ਪਾਰਟੀਆਂ ਨੇ ਉੱਥੇ ਮੀਟਿੰਗ ਕਰੀ ਹੈ ਜੀ, ਜਿੱਥੋਂ ਕੇਜਰੀਵਾਲ ਸਾਹਿਬ ਵਾਪਸ ਆ ਗਏ ਸੀਗੇ, ਉਹ ਵੀ ਇੱਕ ਚੈਲੰਜ ਬੀਜੇਪੀ ਦੇ ਮਾਈਂਡ ਦੇ ਵਿੱਚ ਹੈਗਾ ਹੈ ਕਿ ਥਾਂ ਦੇ ਉੱਪਰ ਜਿਹੜੀਆਂ ਛੋਟੀਆਂ-ਮੋਟੀਆਂ ਪਾਰਟੀਆਂ ਰੁੱਸ ਗਈਆਂ ਸੀ ਪਹਿਲਾਂ, ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇ। ਉਹਦੇ 'ਚ ਵੀ ਮੇਰਾ ਖਿਆਲ ਹੈ ਅਕਾਲੀ ਦਲ ਨੂੰ ਥੋੜੀ ਸਪੇਸ ਮਿਲ ਜਾਊਗੀ, ਪਰ ਇਹ ਲੱਗ ਰਿਹਾ ਹੈ ਕਿ ਔਨ ਕਾਰਡਸ ਹੀ ਹੈ ਚੀਜ਼। ਜੀ ਬਿਲਕੁਲ। ਪਰ ਜਿਸ ਤਰੀਕੇ ਨਾਲ ਕਾਂਗਰਸ ਤਾਂ ਦਾਅਵਾ ਕਰ ਰਹੀ ਹੈਗੀ, ਲੇਕਿਨ ਦੂਜੇ ਪਾਸੇ ਡਿਨਾਈ ਵੀ ਕੀਤਾ ਜਾ ਰਿਹਾ। ਲੇਕਿਨ ਜੋ ਘਟਨਾਕ੍ਰਮ ਦਿੱਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈਗਾ, ਉਹਨੂੰ ਦੇਖ ਕੇ ਲੱਗ ਰਿਹਾ ਵੀ ਇੱਕ ਹਫ਼ਤੇ ਦੇ ਵਿੱਚ ਸ਼ਾਇਦ ਸਾਰਾ ਕੁਝ ਕਲੀਅਰ ਹੋ ਜਾਏਗਾ।
ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਲਖਵਿੰਦਰ ਜੀ, ਸਤਿ ਸ੍ਰੀ ਅਕਾਲ, ਸਰੋਤਿਆਂ ਦਾ ਵੀ ਸ਼ੁਕਰੀਆ। ਸੋ ਇਸ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।